ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 350 ਤੋਂ ਲੈ ਕੇ 351 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਚੱਲਦੀ ਹੈ ਜੀ ਰਾਗ ਆਸਾ ਦੇ ਵਿੱਚ। ਆਓ ਆਪਾਂ ਬਾਣੀ ਦੀ ਲੜੀ ਨਾਲ ਜੁੜੀਏ ਜੀ। ਵਾਹਿਗੁਰੂ ਜੀ। ਆਸਾ ਮਹੱਲਾ ਪਹਿਲਾ। ਵਾਜਾ ਮਤ ਪਖਾਵਜ ਪਾਓ, ਹੋਏ ਆਨੰਦ ਸਦਾ ਮਨ ਚਾਓ। ਏਹਾ ਭਗਤ ਇਹੋ ਤਪ ਤਾਓ, ਇਤ ਰੰਗ ਨਾਚੋ ਰਖ ਰਖ ਪਾਓ। ਹਾਂਜੀ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜੇ ਚੰਗੀ ਮੱਤ ਦਾ ਵਾਜਾ ਹੋਵੇ ਅਤੇ ਪਰਮਾਤਮਾ ਦਾ ਜਿਹੜਾ ਪ੍ਰੇਮ ਆ ਪਰਮਾਤਮਾ ਲਈ ਉਹ ਸਾਡਾ ਤਬਲਾ ਹੋਏ ਅਤੇ ਇਸ ਤਰ੍ਹਾਂ ਅਸੀਂ ਪਰਮਾਤਮਾ ਦੀ ਭਗਤੀ ਕਰੀਏ ਅਤੇ ਸਾਡੇ ਮਨ ਦੇ ਵਿੱਚ ਸਦਾ ਹੀ ਫਿਰ ਆਨੰਦ ਰਹਿੰਦਾ ਹੈ। ਕਹਿੰਦੇ ਉਹਦੀ ਪਰਮਾਤਮਾ ਦੀ ਭਗਤੀ ਕਰਨੀ ਅਤੇ ਇਹਦੇ ਨਾਲ ਆਨੰਦ ਹੋਣਾ, ਇਹੀ ਸਾਡਾ ਤਪ ਹੈ। ਕਹਿੰਦੇ ਇਹੀ ਸਾਡੀ ਭਗਤੀ ਆ, ਜਿਹੜੀ ਸਾਡੀ ਸ੍ਰੇਸ਼ਟ ਮੱਤ ਬਣ ਜਾਣੀ ਆ, ਪਰਮਾਤਮਾ ਲਈ ਪ੍ਰੇਮ ਹੋ ਜਾਣਾ, ਇਹੀ ਭਗਤੀ ਆ, ਇਹੀ ਤਪ ਹੈਗਾ। ਕਹਿੰਦੇ ਇਸ ਤਰ੍ਹਾਂ ਕਹਿੰਦੇ ਆਨੰਦ ਵਿੱਚ ਰਹਿ ਕੇ ਆਪਣਾ ਜੀਵਨ ਬਿਤਾਓ। ਪੂਰੇ ਤਾਲ ਜਾਣੇ ਸਾਲਾਹਾ, ਹੋਰ ਨੱਚਣਾ ਖੁਸ਼ੀਆਂ ਮਨ ਮਹਾ ਰਹਾਓ। ਜਿਸ ਤਰ੍ਹਾਂ ਉਸ ਸਮੇਂ ਕਈ ਲੋਕ ਅੱਜ ਕੱਲ੍ਹ ਵੀ ਹੈਗਾ, ਜਿੱਦਾਂ ਕਹਿੰਦੇ ਨਾ ਵੀ ਉਹ ਕ੍ਰਿਸ਼ਨ ਜੀ ਦੇ ਇੱਦਾਂ ਸਵਾਂਗ ਜਿਹੇ ਕੱਢਦੇ ਨੇ, ਫਿਰ ਨੱਚਦੇ ਨੇ, ਜਾਂ ਉਹਨਾਂ ਦੇ ਬਾਬਤ ਇਹ ਗੱਲ ਕਹੀ ਗਈ ਹੈ ਵੀ ਉਸ ਤਰ੍ਹਾਂ ਉਹ ਭਗਤੀ ਨਹੀਂ ਹੈ। ਭਗਤੀ ਤਾਂ ਇਹ ਹੈ ਜਦੋਂ ਮਨ ਲਾ ਕੇ ਉਸ ਪਰਮੇਸ਼ਰ ਦਾ ਨਾਮ ਜਪਣਾ ਹੈ। ਕਹਿੰਦੇ ਪੂਰੇ ਤਾਲ, ਕਹਿੰਦੇ ਉਹ ਨੇ ਵੀ ਜਿਹੜੇ ਨਾਚ ਦੇ ਤਾਲ ਨੇ। ਜਾਣੇ ਸਲਾਹ, ਜਿਹੜਾ ਕੋਈ ਜੀਵ ਉਸ ਪਰਮਾਤਮਾ ਦੀ ਸਿਫਤ ਸਲਾਹ ਕਰ ਰਿਹਾ, ਉਹ ਕਹਿੰਦੇ ਵੀ ਉਹਦੇ ਫਿਰ ਪੂਰੇ ਤਾਲ ਨੇ। ਹੋਰ ਨੱਚਣਾ ਖੁਸ਼ੀਆਂ ਮਨ ਮਹਾ, ਕਹਿੰਦੇ ਹੋਰ ਤਾਂ ਆਪਣੇ ਮਨ ਦੀ ਖੁਸ਼ੀ ਲਈ ਨੱਚਣਾ ਹੈ। ਜੋ ਉਸ ਪਰਮਾਤਮਾ ਦੀ ਭਗਤੀ ਕਰਨੀ ਹੈ, ਸਿਫਤ ਸਲਾਹ ਕਰਨੀ ਹੈ, ਉਹੀ ਪੂਰੇ ਤਾਲ ਨੇ। ਸਤ ਸੰਤੋਖ ਵੱਜੈ ਦੋਏ ਤਾਲ, ਪੈਰੀ ਵਾਜਾ ਸਦਾ ਨਿਹਾਲ। ਫਿਰ ਕਹਿੰਦੇ ਇੱਕ ਜੀਵ ਦੇ ਵਿੱਚ ਸਤ ਹੋਵੇ, ਦੂਜਿਆਂ ਦੀ ਸੇਵਾ ਕਰਨੀ, ਦਾਨ ਕਰਨਾ, ਫਿਰ ਸੰਤੋਖ ਹੋਵੇ, ਕਹਿੰਦੇ ਇਹ ਦੋਏ ਤਾਲ ਹੋਣ। ਕਹਿੰਦੇ ਅਤੇ ਸਦਾ ਖਿੜੇ ਮੱਥੇ ਰਹਿਣਾ, ਇਹ ਕਹਿੰਦੇ ਇਸ ਤਰ੍ਹਾਂ ਦੇ ਪੈਰਾਂ ਦੇ ਵਿੱਚ ਘੁੰਗਰੂ ਹੋਣ, ਸਦਾ ਖਿੜੇ ਮੱਥੇ ਰਹਿਣਾ। ਰਾਗ ਨਾਦ ਨਹੀਂ ਦੂਜਾ ਪਾਓ, ਕਹਿੰਦੇ ਹੋਰ ਜਿਹੜਾ ਪਰਮਾਤਮਾ ਨੂੰ ਛੱਡ ਕੇ ਦੂਜੇ ਨਾਲ ਪ੍ਰੇਮ ਪਾਉਣਾ, ਉਹ ਕੋਈ ਰਾਗ ਨਾਦ ਨਹੀਂ ਹੈ। ਰਾਗ ਨਾਦ ਤਾਂ ਇਹੀ ਹੈ ਕਿ ਉਹਦੀ ਪ੍ਰੇਮਾ ਭਗਤੀ ਦੇ ਵਿੱਚ ਰਹਿਣਾ। ਇਤ ਰੰਗ ਨਾਚੋ ਰਖ ਰਖ ਪਾਓ, ਕਹਿੰਦੇ ਇਸ ਤਰ੍ਹਾਂ ਦਾ ਫਿਰ ਜੀਵਨ ਆਨੰਦਮਈ ਗੁਜ਼ਾਰੋ ਜਦੋਂ ਉਹਦੀ ਭਗਤੀ ਕਰੋ। ਭਗਤੀ ਦੇ ਰਾਹੀਂ ਸਤ ਸੰਤੋਖ ਹੋਵੇ ਅਤੇ ਸਦਾ ਖਿੜੇ ਮੱਥੇ ਰਹੋ। ਭਉ ਫੇਰੀ ਹੋਵੈ ਮਨ ਚੀਤ, ਬਹਿੰਦਿਆਂ ਉੱਠਦਿਆਂ ਨੀਤਾ ਨੀਤ। ਫਿਰ ਜਿਵੇਂ ਕਹਿੰਦੇ ਵੀ ਨੱਚਦੇ ਹੋਏ ਇੱਦਾਂ ਫੇਰੀ ਲੈਂਦੇ ਨੇ ਨਾ, ਭੁਆਟਣੀਆਂ ਲੈਂਦੇ ਨੇ, ਉਹ ਕਹਿੰਦੇ ਕੀ ਹੋਵੇ ਪਰਮਾਤਮਾ ਲਈ ਡਰ ਅਦਬ, ਉਹ ਫੇਰੀ ਹੋਵੇ। ਕਹਿੰਦੇ ਫਿਰ ਕਹਿੰਦੇ ਹਰ ਵਕਤ ਉਸ ਪਰਮਾਤਮਾ ਦੀ ਯਾਦ ਅੰਦਰ ਚੱਲੇ ਜੀਵ ਦੇ। ਲੇਟਣ ਲੇਟ ਜਾਣੈ ਤਨ ਸੁਆ, ਇਤ ਰੰਗ ਨਾਚੋ ਰਖ ਰਖ ਪਾਓ। ਫਿਰ ਜਿਵੇਂ ਕਹਿੰਦੇ ਕਿ ਦਫਾ ਨੱਚਦੇ ਨੱਚਦੇ ਧਰਤੀ 'ਤੇ ਵੀ ਲੇਟਣੀਆਂ ਲੈਂਦੇ ਨੇ ਨਾ, ਕਹਿੰਦੇ ਨੱਚਣ ਦੀ ਲੇਟਣੀ ਉਹ ਹੋਵੇ ਕਿ ਜੀਵ ਆਪਣੇ ਤਨ ਨੂੰ ਨਾਸ਼ਵਾਨ ਸਮਝੇ। ਕਹਿੰਦੇ ਇਸ ਤਰ੍ਹਾਂ, ਕਹਿੰਦੇ ਇਸ ਤਰ੍ਹਾਂ ਦੇ ਰੰਗ ਵਿੱਚ ਆਪਣਾ ਜੀਵਨ ਬਿਤਾਓ, ਉਹਦੀ ਯਾਦ ਆਪਣੇ ਮਨ ਵਿੱਚ ਵਸਾ ਕੇ। ਸਿੱਖ ਸਵਾ ਦੀਖਿਆ ਕਾ ਪਾਓ, ਗੁਰਮੁਖ ਸੁਣਨਾ ਸਾਚਾ ਨਾਉ। ਨਾਨਕ ਆਖਣ ਵੇਰਾ ਵੇਰ, ਇਤ ਰੰਗ ਨਾਚੋ ਰਖ ਰਖ ਪੈਰ। ਫਿਰ ਕਹਿੰਦੇ ਸਾਧ ਸੰਗਤ ਦੇ ਵਿੱਚ ਗੁਰੂ ਦੇ ਉਪਦੇਸ਼ ਦੇ ਨਾਲ ਪ੍ਰੇਮ ਪੈਣਾ। ਫਿਰ ਗੁਰੂ ਦੇ ਸਨਮੁਖ ਰਹਿ ਕੇ ਉਸ ਪਰਮਾਤਮਾ ਦਾ ਨਾਂ
ਸੁਣਨਾ ਪਰਮਾਤਮਾ ਦਾ ਨਾਮ ਵਾਰ-ਵਾਰ ਜਪਣਾ ਕਹਿੰਦੇ। ਇਸ ਤਰ੍ਹਾਂ ਦੇ ਕਹਿੰਦੇ ਰੰਗ ਵਿੱਚ ਰੰਗ ਕੇ ਆਪਣਾ ਜੀਵਨ ਆਨੰਦਮਈ ਬਿਤਾਓ। ਆਸਾ ਮਹੱਲਾ ਪਹਿਲਾ। ਪੌਣ ਉਪਾਏ ਧਰੀ ਸਭ ਧਰਤੀ, ਜਲ ਅਗਨੀ ਕਾ ਬੰਦ ਕੀਆ। ਅੰਧਲੇ ਦਹਿ ਸਿਰ ਮੂੰਡ ਕਟਾਇਆ, ਰਾਵਣ ਮਾਰ ਕਿਆ ਵੱਡਾ ਪਿਆ। ਕਿਆ ਉਪਮਾ ਤੇਰੀ ਆਖੀ ਜਾਏ, ਤੂੰ ਸਰਬੈ ਪੂਰ ਰਿਹਾ ਲਿਵ ਲਾਏ ਰਹਾਓ। ਹਾਂਜੀ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਪਰਮਾਤਮਾ ਨੇ ਹਵਾ ਕਹਿੰਦੇ ਪਹਿਲਾਂ ਪੈਦਾ ਕੀਤੀ, ਫਿਰ ਧਰਤੀ ਸਾਜੀ, ਫਿਰ ਕਹਿੰਦੇ ਪਾਣੀ ਅਤੇ ਅਗਨੀ ਦਾ ਮੇਲ ਕਰਕੇ ਇਸ ਤਰ੍ਹਾਂ ਸਾਰੇ ਵਿਰੋਧੀ ਜਿਹੜੇ ਤੱਤ ਲੈ ਕੇ ਇਸ ਤਰ੍ਹਾਂ ਸੰਸਾਰ ਦੀ ਰਚਨਾ ਕੀਤੀ। ਕਹਿੰਦੇ ਵੀ ਜਿਹੜਾ ਰਾਵਣ ਸੀ ਆਪਣੀ ਗਲਤੀ ਕਰਕੇ ਉਹਦਾ ਸਿਰ ਕੱਟਿਆ ਗਿਆ, ਫਿਰ ਲੋਕ ਕਹਿਣਗੇ ਵੀ ਪਰਮਾਤਮਾ ਨੇ ਰਾਵਣ ਦਾ ਸਿਰ ਕਟਵਾ ਦਿੱਤਾ ਤਾਂ ਉਹ ਵੱਡਾ। ਉਹ ਤਾਂ ਨਹੀਂ ਵੱਡਾ, ਕਹਿੰਦੇ ਉਹ ਤਾਂ ਵੱਡਾ ਵੀ ਉਹਦੇ ਸਾਰੇ ਜਿਹੜੇ ਕੰਮ ਨੇ ਸੰਸਾਰ 'ਤੇ ਅਚਰਜਮਈ ਨੇ। ਕਿਸ ਤਰ੍ਹਾਂ ਕਹਿੰਦੇ ਵਿਰੋਧੀ ਤੱਤਾਂ ਨੂੰ ਲੈ ਕੇ ਸੰਸਾਰ ਦੀ ਰਚਨਾ ਕੀਤੀ ਆ। ਕਹਿੰਦੇ ਉਹਦੀ ਤਾਂ ਆਪਾਂ ਕੋਈ ਉਪਮਾ ਹੀ ਨਹੀਂ ਕਰ ਸਕਦੇ, ਕਿਉਂਕਿ ਉਹਦੇ ਬਰਾਬਰ ਦਾ ਕੋਈ ਹੈ ਨਹੀਂ ਗਾ। ਉਹਦੀ ਵਡਿਆਈ ਅਸੀਂ ਕਰ ਨਹੀਂ ਸਕਦੇ। ਉਹ ਹਰ ਇੱਕ ਜਗ੍ਹਾ 'ਤੇ ਸਰਬ ਵਿਆਪਕ ਹੈ, ਹਰ ਇੱਕ ਥਾਂ 'ਤੇ ਮੌਜੂਦ ਹੈ। ਜੀ ਉਪਾਏ ਜੁਗਤ ਹੱਥ ਕੀਨੀ, ਕਾਲੀ ਨੱਥ ਕਿਆ ਵੱਡਾ ਪਿਆ। ਕਿਸ ਤੂੰ ਪੁਰਖ ਜੋਰੂ ਕੌਣ ਕਹੀਐ, ਸਰਵ ਨਿਰੰਤਰ ਰਵ ਰਹਿਆ। ਨਾਲ ਕੁਟੰਬ ਸਾਥ ਵਰਦਾਤਾ, ਬ੍ਰਹਮਾ ਪਾਲਣ ਸ੍ਰਿਸ਼ਟ ਗਿਆ। ਆਗੇ ਅੰਤ ਨ ਪਾਇਓ ਤਾਕਾ, ਕੰਸ ਛੇਦ ਕਿਆ ਵੱਡਾ ਪਿਆ। ਕਹਿੰਦੇ ਜੇ ਇਹ ਕਹਿ ਦਈਏ ਵੀ ਪਰਮਾਤਮਾ ਨੇ ਕਾਲੀ ਨਾਗ ਨੂੰ ਮਾਰ ਦਿੱਤਾ ਵੀ ਤਾਂ ਉਹ ਵੱਡਾ ਹੋ ਗਿਆ, ਇਹ ਗੱਲ ਨਹੀਂ ਹੈਗੀ। ਕਹਿੰਦੇ ਪਰਮਾਤਮਾ ਨੇ ਦੁਨੀਆ ਦੀ ਕਹਿੰਦੇ ਸਾਜਨਾ ਕੀਤੀ, ਫਿਰ ਉਹਦੀ ਸ੍ਰਿਸ਼ਟੀ ਦੀ ਸਾਰੀ ਜੀਵਨ ਜੁਗਤ ਆਪਣੇ ਹੱਥ ਵਿੱਚ ਰੱਖੀ। ਕਹਿੰਦੇ ਇਸ ਤਰ੍ਹਾਂ ਪਰਮਾਤਮਾ ਵੱਡਾ ਨਾ ਤਾਂ ਕਹਿੰਦੇ ਉਹ ਕਿਸੇ ਜੀਵ ਇਸਤਰੀ ਦਾ, ਕਿਸੇ ਖਾਸ ਜੀਵ ਇਸਤਰੀ ਦਾ ਪਤੀ ਹੈ, ਨਾ ਹੀ ਕੋਈ ਖਾਸ ਜੀਵ ਇਸਤਰੀ ਉਹਦੀ ਪਤਨੀ ਆ। ਉਹ ਹਰ ਇੱਕ ਦੇ ਵਿੱਚ ਨਿਰੰਤਰ ਬਰਾਬਰ ਕਹਿੰਦੇ ਸਮਾਇਆ ਹੋਇਆ, ਹਰ ਇੱਕ ਜਗ੍ਹਾ 'ਤੇ ਵਿਆਪਕ ਆ। ਪਰਮਾਤਮਾ ਦੇ ਅਚਰਜ ਕੌਤਕ ਨੇ। ਕਹਿੰਦੇ ਬ੍ਰਹਮਾ ਨੇ ਕੋਸ਼ਿਸ਼ ਕੀਤੀ, ਜਿਹਦਾ ਜਨਮ ਮੰਨਿਆ ਜਾਂਦਾ ਕਿ ਕੌਲ ਫੁੱਲ ਦੀ ਨਾਲ ਤੋਂ ਹੋਇਆ ਸੀ। ਉਹਨੇ ਸੋਚਿਆ ਕਿ ਮੈਂ ਪਰਮਾਤਮਾ ਦਾ ਅੰਤ ਪਾ ਲੂੰਗਾ। ਫਿਰ ਕਹਿੰਦੇ ਕੰਸ ਨੂੰ ਪਰਮਾਤਮਾ ਨੇ ਮਰਵਾਇਆ, ਇਸ ਕਰਕੇ ਪਰਮਾਤਮਾ ਵੱਡਾ ਨਹੀਂ। ਪਰਮਾਤਮਾ ਨੂੰ ਕਹਿੰਦੇ ਬ੍ਰਹਮਾ ਵੀ ਲੱਭਣ ਗਿਆ ਆਪਣੇ ਆਰ ਪਰਿਵਾਰ ਦੇ ਨਾਲ, ਉਹ ਵੀ ਪਰਮਾਤਮਾ ਦਾ ਅੰਤ ਨਹੀਂ ਪਾ ਸਕਿਆ। ਕਹਿੰਦੇ ਪਰਮਾਤਮਾ ਬਹੁਤ ਵੱਡਾ ਹੈ, ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਰਤਨ ਉਪਾਏ ਧਰੇ ਖੀਰ ਮਥਿਆ, ਹੋਰ ਪਖਲਾਏ ਜੇ ਅਸੀਂ ਕੀਆ। ਕਹਿ ਨਾਨਕ ਛਪੈ ਕਿਉਂ ਛਪਿਆ, ਏਕੀ ਏਕੀ ਵੰਡ ਦੀਆ। ਕਹਿੰਦੇ ਜਦੋਂ ਦੇਵਤਿਆਂ ਤੇ ਰਾਖਸ਼ਾਂ ਨੇ ਮਿਲ ਕੇ ਸਮੁੰਦਰ ਰਿੜਕਿਆ ਸੀ, ਵਿੱਚੋਂ ਰਤਨ ਲੱਭੇ ਸੀ, ਉਹਨਾਂ ਦੀ ਲੜਾਈ ਹੁੰਦੀ ਸੀ ਕਿ ਵੀ ਅਸੀਂ ਲੱਭੇ ਨੇ, ਅਸੀਂ ਲੱਭੇ ਨੇ। ਫਿਰ ਪਰਮਾਤਮਾ ਨੇ ਮੋਹਣੀ ਅਵਤਾਰ ਧਾਰ ਕੇ ਉਹਨਾਂ ਦੇ ਵਿੱਚ ਇੱਕ ਇੱਕ ਕਰਕੇ ਰਤਨ ਵੰਡਵਾ ਦਿੱਤੇ ਸੀ। ਕਹਿੰਦੇ ਇਸ ਕਰਕੇ ਪਰਮਾਤਮਾ ਵੱਡਾ ਨਹੀਂ ਕਿ ਪਰਮਾਤਮਾ ਨੇ ਵੀ ਮੋਹਣੀ ਅਵਤਾਰ ਧਾਰ ਕੇ ਉਹਨਾਂ ਵਿੱਚ ਉਹਨਾਂ ਰਤਨਾਂ ਦੀ ਵੰਡ ਕਰ ਦਿੱਤੀ ਸੀ। ਪਰਮਾਤਮਾ ਤੇ ਇਹ ਆ ਕਹਿੰਦੇ ਵੀ ਉਹ ਆਪਣੀ ਕੁਦਰਤ ਦੇ ਰਾਹੀਂ ਪ੍ਰਗਟ ਹੋਇਆ, ਉਹ ਛਿਪ ਨਹੀਂ ਸਕਦਾ ਪਰਮਾਤਮਾ ਦੇ ਜਿਹੜੇ ਕੌਤਕ ਨੇ। ਉਹਨੇ ਕਹਿੰਦੇ ਸਾਰਿਆਂ ਦੇ ਵਿੱਚ ਰਿਜ਼ਕ ਦੀ ਵੰਡ ਕੀਤੀ ਆ, ਹਰ ਇੱਕ ਦੇ ਤੱਕ ਰਿਜ਼ਕ ਪਹੁੰਚਾਉਂਦਾ ਹੈ, ਉਹ ਤਾਂ ਵੱਡਾ ਹੈ। ਆਸਾ ਮਹੱਲਾ ਪਹਿਲਾ। ਕਰਮ ਕਰਤੂਤ ਬੇਲ ਵਿਸਥਾਰੀ, ਰਾਮ ਨਾਮ ਫਲ ਹੁਆ। ਤਿਸ ਰੂਪ ਨ ਰੇਖ ਅਨਾਹਦ ਵਾਜੈ, ਸ਼ਬਦ ਨਿਰੰਜਨ ਕੀਆ। ਕਰੇ ਵਖਿਆਣ ਜਾਣੈ ਜੇ ਕੋਈ, ਅੰਮ੍ਰਿਤ ਪੀਵੈ ਸੋਈ ਰਹਾਓ। ਕਹਿੰਦੇ ਜੀਵ ਦੀ ਜਿਹੜੀ ਹੈਗੀ ਆ ਆਪਣੇ ਜਿਹੜੇ ਕਰਮ ਕਰਦਾ,
ਉਸ ਕਰਕੇ ਚੰਗੇ ਕਰਮਾਂ ਨਾਲ ਉਹਦਾ ਚੰਗਾ ਆਚਰਣ ਬਣਦਾ। ਇਸ ਤਰ੍ਹਾਂ ਉਸ ਚੰਗੇ ਆਚਰਣ ਰੂਪੀ ਜਿਹੜੀ ਵੇਲ ਆ ਉਹਦਾ ਵਿਸਥਾਰ ਹੁੰਦਾ। ਫਿਰ ਕਹਿੰਦੇ ਵੀ ਜੇ ਉਹ ਚੰਗਾ ਉਹਦਾ ਆਚਰਣ ਬਣਿਆ, ਚੰਗੇ ਕਰਮ ਕਰਦਾ, ਫਿਰ ਉਹਨੂੰ ਰਾਮ ਦੇ ਨਾਮ ਰੂਪੀ ਫਲ ਲੱਗਦਾ ਹੈ ਉਸ ਵੇਲ ਨੂੰ। ਕਹਿੰਦੇ ਉਹ ਪਰਮਾਤਮਾ ਤੇ ਸਰੂਪ ਨਾ ਰੇਖਿਆ, ਅਨਾਹਦ ਵਾਜੇ ਸ਼ਬਦ ਨਿਰੰਜਨ ਕੀਆ। ਕਹਿੰਦੇ ਉਹ ਪਰਮਾਤਮਾ ਜੀ ਦਾ ਕੋਈ ਰੂਪ ਜਾਂ ਰੇਖ ਨਹੀਂ ਹੈ, ਉਹਦਾ ਕਹਿੰਦੇ ਸ਼ਬਦ ਰੂਪੀ ਜਿਹੜਾ ਅਨਾਹਦ ਰਾਗ ਹੈਗਾ, ਕਹਿੰਦੇ ਉਹ ਹਰ ਵਕਤ ਇਸ ਸੰਸਾਰ ਵਿੱਚ ਚੱਲ ਰਿਹਾ ਹੈ। ਫਿਰ ਕਹਿੰਦੇ ਕਰੇ ਵਖਿਆਣ ਜਾਣੇ ਜੇ ਕੋਈ, ਉਸ ਨਾਦ ਬਾਰੇ ਕਹਿੰਦੇ ਜਿਸ ਨੂੰ ਸਮਝ ਲੱਗ ਗਈ ਆ, ਕਹਿੰਦੇ ਉਹੀ ਇਹਦੇ ਬਾਰੇ ਦੱਸ ਸਕਦਾ। ਅਤੇ ਉਹੀ ਕਹਿੰਦੇ ਇਹ ਅਨਾਹਦ ਰੂਪੀ ਅੰਮ੍ਰਿਤ ਪੀ ਰਿਹਾ ਹੈ। ਇਹ ਅਨਾਹਦ ਨਾਦ ਉਹਨਾਂ ਨੂੰ ਸੁਣਦਾ ਹੈ ਜਿਹੜੇ ਉਹਦੇ ਨਾਲ ਇੱਕ ਰੂਪ ਹੋ ਗਏ ਨੇ, ਜਿਨ੍ਹਾਂ ਦੀ ਪਰਮਾਤਮਾ ਦੇ ਨਾਲ ਅਭੇਦਤਾ ਹੋ ਗਈ ਆ। ਇਹ ਅਨਾਹਦ ਨਾਦ 24 ਘੰਟੇ 7 ਦਿਨ ਸਾਰਾ ਟਾਈਮ ਬ੍ਰਹਿਮੰਡ ਦੇ ਵਿੱਚ ਚੱਲ ਰਿਹਾ ਹੈ। ਪਰ ਇਹ ਉਹਨਾਂ ਨੂੰ ਸਮਝ ਪੈਂਦੀ ਆ ਜਿਨ੍ਹਾਂ ਦੀ ਪਰਮਾਤਮਾ ਦੇ ਨਾਲ ਅਭੇਦਤਾ ਹੋ ਜਾਂਦੀ ਆ, ਉਹ ਇੱਕ ਰਸ ਹੋ ਜਾਂਦੇ ਨੇ, ਉਹ ਇਸ ਆਨੰਦ ਰੂਪੀ ਅੰਮ੍ਰਿਤ ਨੂੰ ਪੀਂਦੇ ਨੇ। ਇਸ ਤਰ੍ਹਾਂ ਦੇ ਅਨਾਹਦ ਸੁਣਦੇ ਨੇ ਉਹ। ਵਾਹਿਗੁਰੂ ਜੀ, ਇਹ ਆਨੰਦਮਈ ਅਵਸਥਾਵਾਂ ਨੇ। ਜਿਨ ਪੀਆ ਸੇ ਮਸਤ ਪਏ ਹੈ, ਟੂਟੇ ਬੰਧਨ ਫਾਹੇ, ਜੋਤੀ ਜੋਤ ਸਮਾਣੀ ਪੀਤਰ, ਤਾਂ ਛੋਡੇ ਮਾਇਆ ਕੇ ਲਾਹੇ। ਫਿਰ ਕਹਿੰਦੇ ਜਿਨ੍ਹਾਂ ਨੇ ਇਹ ਪਰਮਾਤਮਾ ਦੇ ਨਾਮ ਰਸ ਰੂਪੀ ਕਹਿੰਦੇ ਇਹ ਅੰਮ੍ਰਿਤ ਪੀ ਲਿਆ ਹੈ, ਕਹਿੰਦੇ ਉਹਨਾਂ ਦੇ ਵਿਕਾਰਾਂ ਦੇ ਬੰਧਨ ਟੁੱਟ ਜਾਂਦੇ ਨੇ। ਫਿਰ ਉਹ ਆਨੰਦਿਤ ਅਵਸਥਾ 'ਚ ਰਹਿੰਦੇ ਨੇ। ਉਹਨਾਂ ਦੀ ਜੋਤੀ ਪਰਮਾਤਮਾ ਦੀ ਜੋਤ ਵਿੱਚ ਸਮਾ ਜਾਂਦੀ ਆ, ਉਹ ਲੀਨ ਹੋ ਜਾਂਦੇ ਨੇ ਅੰਤਰ ਆਤਮੇ। ਅਤੇ ਫਿਰ ਜਿਹੜੇ ਮਾਇਆ ਦੇ ਹੁੰਦੇ ਨੇ ਬੰਧਨ, ਉਹਨਾਂ ਦੇ ਛੱਡੇ ਜਾਂਦੇ ਨੇ। ਉਹ ਫਿਰ ਮਾਇਆ ਪਿੱਛੇ ਨਹੀਂ ਭੱਜਦੇ। ਸਰਬ ਜੋਤ ਰੂਪ ਤੇਰਾ ਦੇਖਿਆ, ਸਗਲ ਪਵਨ ਤੇਰੀ ਮਾਇਆ, ਰਾਰੇ ਰੂਪ ਨਿਰਾਲਮ ਬੈਠਾ, ਨਦਰ ਕਰੇ ਵਿੱਚ ਛਾਇਆ। ਕਹਿੰਦੇ ਫਿਰ ਉਹਨਾਂ ਨੇ ਪਰਮਾਤਮਾ ਦਾ ਜਿਹੜਾ ਹੈਗਾ ਸਰੂਪ ਸਾਰੇ ਦੇਖ ਲੈਂਦੇ ਨੇ। ਉਹ ਸਾਰਿਆਂ ਦੇ ਵਿੱਚ ਉਸ ਪਰਮਾਤਮਾ ਦੀ ਜੋਤ ਨੂੰ ਦੇਖਦੇ ਨੇ, ਅਤੇ ਨਾਲ ਉਹ ਸੰਸਾਰ ਦੇ ਵਿੱਚ ਮਾਇਆ ਦਾ ਪ੍ਰਭਾਵ ਵੀ ਦੇਖਦੇ ਨੇ। ਉਹ ਦੇਖਦੇ ਨੇ ਕਿ ਵੀ ਪਰਮਾਤਮਾ ਸਾਰਿਆਂ ਦੇ ਵਿੱਚ ਵਿਆਪਕ ਵੀ ਹੈ, ਅਤੇ ਪਰਮਾਤਮਾ ਨਿਰਲੇਪ ਹੋ ਕੇ ਵੀ ਬੈਠਾ ਹੈ। ਅਤੇ ਫਿਰ ਕਹਿੰਦੇ ਜਿਹੜੀ ਇਹ ਮਾਇਆ ਹੈਗੀ ਆ, ਇਹ ਵੀ ਉਹਨੇ ਬਣਾਈ ਹੋਈ ਆ। ਅਤੇ ਜਦੋਂ ਕਿਸੇ 'ਤੇ ਮਿਹਰ ਕਰਦਾ, ਫਿਰ ਉਹਨਾਂ ਦਾ ਮਾਇਆ ਵਿੱਚੋਂ ਛੁਟਕਾਰਾ ਕਰਾ ਲੈਂਦਾ। ਵਾਹਿਗੁਰੂ ਜੀ, ਵਾਹਿਗੁਰੂ। ਬੀਨਾ ਸ਼ਬਦ ਵਜਾਵੈ ਜੋਗੀ, ਦਰਸ਼ਨ ਰੂਪ ਅਪਾਰਾ, ਸ਼ਬਦ ਅਨਾਹਦ ਸੋ ਸੋਹਰਾਤਾ, ਨਾਨਕ ਕਹੇ ਵਿਚਾਰਾ। ਫਿਰ ਉਸ ਜੀਵ ਦੀ ਹੀ ਫਿਰ ਬਿਆਨ ਕਰਦੇ ਨੇ ਕਿ ਜਿਹੜੇ ਜੀਵ ਨੇ ਪਰਮਾਤਮਾ ਦੇ ਨਾਲ ਅਭੇਦਤਾ ਜਿਹਨੂੰ ਹੋ ਗਈ ਆ, ਉਹਨਾਂ ਦੇ ਅੰਦਰ ਫਿਰ ਪਰਮਾਤਮਾ ਦੇ ਜਿਹੜਾ ਹੈਗਾ ਸ਼ਬਦ, ਉਹਦੀ ਆਨੰਦਿਤ ਜਿਹੜੀ ਆਨੰਦਮਈ ਧੁਨੀ ਆ ਉਹਨਾਂ ਦੇ ਅੰਦਰ ਚੱਲਦੀ ਆ। ਫਿਰ ਉਹ ਪਰਮਾਤਮਾ ਦਾ ਉਸ ਅਪਾਰ ਦਾ ਇਸ ਤਰ੍ਹਾਂ ਦਰਸ਼ਨ ਕਰਦੇ ਨੇ, ਆਪਣੇ ਅੰਦਰ ਉਹਨੂੰ ਅਨੁਭਵ ਕਰਦੇ ਨੇ। ਉਹਦੇ ਪਰਮਾਤਮਾ ਦੇ ਅਨਾਹਦ ਸ਼ਬਦ ਦੇ ਵਿੱਚ ਉਹਨਾਂ ਦਾ ਪ੍ਰੇਮ ਲੱਗ ਜਾਂਦਾ। ਇਸ ਤਰ੍ਹਾਂ ਦੀ ਵਿਚਾਰ ਫਿਰ ਨਾਨਕ ਜੀ ਦੱਸਦੇ ਨੇ ਕਿ ਇਹ ਜਿਹੜੀਆਂ ਸਾਰੀਆਂ ਅਵਸਥਾਵਾਂ ਨੇ ਆਨੰਦ ਵਾਲੀਆਂ, ਇਹ ਉਹੀ ਜੀਵ ਦੱਸ ਸਕਦੇ ਨੇ। ਦੱਸਿਆ ਤਾਂ ਖੈਰ ਜਾਂਦਾ ਨਹੀਂ ਗਾ, ਜਿਹੜਾ ਅਨੁਭਵ ਕਰ ਲੈਂਦਾ ਉਹ ਅਨੁਭਵ ਕਿਸੇ ਨੂੰ ਦਿਖਾਇਆ ਨਹੀਂ ਜਾਂਦਾ, ਪਰ ਜੋ ਸ਼ੋਅ ਮਾਤਰ ਵੀ ਉਹ ਕਿਸੇ ਨੂੰ ਦੱਸ ਸਕਦੇ ਨੇ ਕਿ ਵੀ ਇਹ ਕੀ ਆਨੰਦ ਹੈ। ਇਹ ਆਨੰਦਮਈ ਅਵਸਥਾਵਾਂ ਨੇ, ਉਹਨਾਂ ਦੇ ਅੰਦਰ ਬਣਦੀਆਂ ਨੇ, ਜੋ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੇ ਨੇ। ਆਸਾ ਮਹੱਲਾ ਪਹਿਲਾ। ਮੈਂ ਗੁਣ ਗੱਲਾਂ ਕੇ ਸਿਰ ਪਾਰ, ਗੱਲੀ ਗੱਲਾਂ ਸਿਰਜਣਹਾਰ, ਖਾਣਾ ਪੀਣਾ ਹੱਸਣਾ ਬਾਦ, ਜਬ ਲਗ ਹਿਰਦੈ ਨ ਆਵੈ ਯਾਦ।
ਕਹਿੰਦੇ ਆਮ ਜੀਵ ਤਾਂ ਸੰਸਾਰਿਕ ਗੱਲਾਂ ਦੇ ਭਾਰ ਹੇਠਾਂ ਦੱਬੇ ਹੋਏ ਨੇ। ਗੱਲਾਂ ਤੇ ਉਹ ਨੇ ਜੋ ਕਹਿੰਦੇ ਸਿਰਜਣਹਾਰ ਦੀ ਸਿਫਤ ਸਲਾਹ ਕਰਨੀ ਹੋਈ। ਜਿਨ੍ਹਾਂ ਜੀਵਾਂ ਦੇ ਕਹਿੰਦੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਯਾਦ ਨਹੀਂ ਵਸਦੀ ਹੈਗੀ, ਉਹਨਾਂ ਦਾ ਸਾਰਾ ਖਾਣਾ ਪੀਣਾ, ਹੱਸਣਾ, ਸਭ ਸੰਸਾਰਿਕ ਪਦਾਰਥ ਭੋਗਣੇ, ਇਹ ਸਭ ਕਹਿੰਦੇ ਵਿਅਰਥ ਹੈ। ਤੋ ਪਰਵਾ ਕੇ ਹੀ ਕਿਆ ਕੀਜੈ, ਜਨਮ ਜਨਮ ਕਿਛ ਲੀਜੀ ਲੀਜੈ ਰਹਾਓ। ਫਿਰ ਕਹਿੰਦੇ ਜਿਹੜੇ ਜੀਵ ਉਸ ਪਰਮਾਤਮਾ ਦੇ ਨਾਲ ਇੱਕਮਿਕ ਹੋ ਜਾਂਦੇ ਨੇ, ਫਿਰ ਕਹਿੰਦੇ ਉਹਨਾਂ ਨੂੰ ਸੰਸਾਰ ਦੀ ਕੋਈ ਮੁਹਸ਼ਿੰਦਗੀ ਨਹੀਂ ਰਹਿੰਦੀ ਹੈਗੀ, ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਰਹਿੰਦੀ। ਫਿਰ ਉਹਨਾਂ ਨੂੰ ਇਹ ਹੁੰਦਾ ਕਿ ਹਰ ਇੱਕ ਜਨਮ ਦਰ ਜਨਮ ਉਸ ਪਰਮਾਤਮਾ ਦੇ ਨਾਮ ਦਾ ਲਾਹਾ ਲਿਆ ਜਾਏ। ਮਨ ਕੀ ਮਤ ਮਤਾਗਲ ਮਤਾ, ਜੋ ਕਿਛ ਬੋਲੀਐ ਸਭ ਖਤੋ ਖਤਾ। ਕਿਆ ਮੂੰਹ ਲੈ ਕੀਚੈ ਅਰਦਾਸ, ਪਾਪ ਪੁੰਨ ਦੋਇ ਸਾਖੀ ਪਾਸ। ਕਹਿੰਦੇ ਜਿਹੜੇ ਜੀਵ ਆਪਣੇ ਮਨ ਦੀ ਮੱਤ 'ਤੇ ਚੱਲਦੇ ਨੇ, ਉਹਨਾਂ ਦਾ ਤਾਂ ਫਿਰ ਕਹਿੰਦੇ ਵੀ ਉਹ ਹਾਥੀ ਵਾਲਾ ਮਸਤ ਹੋਣ ਵਾਲੀ ਗੱਲ ਹੋ ਜਾਂਦੀ ਆ ਨਾ। ਫਿਰ ਕਹਿੰਦੇ ਜੋ ਵੀ ਉਹ ਗੱਲਾਂ ਕਰਦੇ ਨੇ, ਉਹਨਾਂ ਦੀਆਂ ਗੱਲਾਂ ਵਿੱਚ ਕੋਈ ਦਮ ਨਹੀਂ ਹੁੰਦਾ। ਫਿਰ ਕਹਿੰਦੇ ਉਹ ਪਰਮੇਸ਼ਰ ਦੇ ਅੱਗੇ ਵੀ ਕਿਹੜਾ ਮੂੰਹ ਲੈ ਕੇ ਅਰਦਾਸ ਕਰਨ, ਕਿਉਂਕਿ ਜਿਹੜੇ ਉਹਨਾਂ ਨੇ ਚੰਗੇ ਮਾੜੇ ਕੰਮ ਨੇ, ਉਹਨਾਂ ਦੇ ਨਾਲ ਉਹ ਗਵਾਹੀ ਭਰ ਰਹੇ ਹੁੰਦੇ ਨੇ ਕਿ ਪਰਮੇਸ਼ਰ ਸਭ ਕੁਛ ਜਾਣੀ ਜਾਣ। ਜੈਸਾ ਤੂੰ ਕਰੈ ਤੈਸਾ ਕੋ ਹੋਏ, ਤੁਝ ਬਿਨ ਦੂਜਾ ਨਾਹੀ ਕੋਏ। जेहि तू मत देह तेहि को पावै, तुद आपे पावै तिवै चलावै। ਫਿਰ ਹੁਣ ਜੀਵਾਂ ਵਾਲੀ ਗੱਲ ਕਰ ਰਹੇ ਨੇ, ਜੀਵਾਂ ਦੇ ਵੱਲੋਂ ਕਹਿੰਦੇ ਵੀ ਇਹ ਪਰਮੇਸ਼ਰ ਵੀ ਸਭ ਕੁਝ ਤੇਰੇ ਹੱਥ ਵੱਸ ਆ। ਫਿਰ ਜੇ ਕੋਈ ਜੀਵ ਮੰਦਾ ਕਰਮ ਵੀ ਕਰ ਰਿਹਾ, ਵੀ ਉਹਦੇ ਵੀ ਕੀ ਹੱਥ ਵੱਸ। ਕਹਿੰਦੇ ਜਿਵੇਂ ਦੀ ਤੂੰ ਕਾਰ ਕਿਸੇ ਕੋਲੋਂ ਕਰਾ ਰਿਹਾ, ਉਵੇਂ ਦੀ ਉਹ ਕਾਰ ਕਰ ਰਹੇ ਨੇ। ਜਿਵੇਂ ਦੀ ਤੂੰ ਕਿਸੇ ਨੂੰ ਮੱਤ ਦੇ ਰਿਹਾ, ਉਹੋ ਜਿਹੀ ਉਹ ਵਰਤ ਰਹੇ ਨੇ। ਸਭ ਕੁਝ ਕਹਿੰਦੇ ਤੇਰੇ ਭਾਣੇ ਵਿੱਚ ਹੀ, ਜਿਵੇਂ ਤੈਨੂੰ ਚੰਗਾ ਲੱਗ ਰਿਹਾ ਉਵੇਂ ਹੀ ਤੂੰ ਚਲਾ ਰਿਹਾ ਸਾਰਾ ਕੁਝ। ਰਾਗ ਰਤਨ ਭਰੀਆਂ ਪਰਵਾਰ, ਤਿਸ ਵਿੱਚ ਉਪਜੈ ਅੰਮ੍ਰਿਤ ਸਾਰ। ਨਾਨਕ ਕਰਤੇ ਕਾ ਇਹ ਤਨ ਮਾਲ, ਜੇ ਕੋ ਬੂਝੈ ਇਹ ਵਿਚਾਰ। ਫਿਰ ਕਹਿੰਦੇ ਜਿਹੜੇ ਰਾਗ ਨੇ, ਰਾਗਣੀਆਂ ਨੇ, ਤੇ ਹੋਰ ਉਹਨਾਂ ਦੇ ਹੋਰ ਛੋਟੇ ਰਾਗ ਮੰਨੇ ਗਏ ਨੇ। ਕਹਿੰਦੇ ਇਹਨਾਂ ਦੇ ਨਾਲ ਜੇ ਕੋਈ ਪਰਮਾਤਮਾ ਦੇ ਸਿਫਤ ਸਲਾਹ ਦੇ ਗੀਤ ਗਾਵੇ, ਤੇ ਫਿਰ ਕਹਿੰਦੇ ਉਹ ਰਤਨ ਬਣ ਜਾਂਦਾ, ਕਿਉਂਕਿ ਉਹਦੇ ਵਿੱਚੋਂ ਪਰਮਾਤਮਾ ਦੀ ਕੀਰਤਨ ਕਰਨ ਦੇ ਨਾਲ, ਪਰਮਾਤਮਾ ਦੀ ਸਿਫਤ ਸਲਾਹ ਕਰਨ ਦੇ ਨਾਲ ਉਹਦੇ ਵਿੱਚ ਅੰਮ੍ਰਿਤ ਪੈਦਾ ਹੁੰਦਾ। ਕਹਿੰਦੇ ਵੀ ਇਹ ਜਿਹੜਾ ਕੀਰਤਨ ਕਰਨਾ ਪਰਮਾਤਮਾ ਦਾ, ਇਹੀ ਪਰਮਾਤਮਾ ਦਾ ਧਨ ਮਾਲ ਹੈ, ਪਰਮਾਤਮਾ ਦੀ ਸਿਫਤ ਸਲਾਹ ਕਰਨੀ। ਕਹਿੰਦੇ ਫਿਰ ਕਹਿੰਦੇ ਜੇ ਕੋ ਬੂਝੈ ਇਹ ਵਿਚਾਰ, ਕਹਿੰਦੇ ਜਿਸ ਨੂੰ ਇਸ ਵਿਚਾਰ ਦੀ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਹੀ ਪਰਮਾਤਮਾ ਦਾ ਨਾਮ ਧਨ ਇਕੱਠਾ ਕਰਨਾ ਹੈ। ਆਸਾ ਮਹੱਲਾ ਪਹਿਲਾ। ਕਰ ਕਿਰਪਾ ਆਪਣੇ ਘਰ ਆਇਆ, ਤਾਂ ਮਿਲ ਸਖੀਆਂ ਕਾਜ ਰਚਾਇਆ। ਖੇਲ ਦੇਖ ਮਨ ਆਨੰਦ ਪਿਆ, ਸਹੁ ਵਿਹਾਵਣ ਆਇਆ। ਗਾਵੋ ਗਾਵੋ ਕਾਮਣੀ ਵਿਵੇਕ ਵਿਚਾਰ, ਹਮਰੇ ਘਰ ਆਇਆ ਜਗ ਜੀਵਨ ਪਤਾਰ ਰਹਾਓ। ਫਿਰ ਕਹਿੰਦੇ ਜਿਸ 'ਤੇ ਕਿਰਪਾ ਕਰਕੇ ਪਰਮਾਤਮਾ ਜਿਸ ਜੀਵ ਇਸਤਰੀ ਦੇ ਹਿਰਦੇ ਘਰ ਵਿੱਚ ਆਉਂਦਾ ਹੈ, ਫਿਰ ਕਹਿੰਦੇ ਉਹ ਜੀਵ ਇਸਤਰੀ ਆਪਣੇ ਸਹੇਲੀਆਂ ਨੂੰ, ਆਪਣੀਆਂ ਸਹੇਲੀਆਂ ਜੀਵ ਇਸਤਰੀ ਨੇ ਕਿਹੜੀਆਂ? ਗਿਆਨ ਇੰਦਰੀਆਂ। ਫਿਰ ਆਪਣੇ ਗਿਆਨ ਇੰਦਰੀਆਂ ਨੂੰ ਕਹਿੰਦੀ ਆ ਕਿ ਵੀ ਹੁਣ ਤੁਸੀਂ ਖੁਸ਼ੀ ਦੇ ਗੀਤ ਗਾਓ ਕਿ ਮੇਰਾ ਪਰਮੇਸ਼ਰ ਪਤੀ ਮੈਨੂੰ ਵਿਆਹੁਣ ਆਇਆ ਹੈ, ਮੇਰਾ ਮਿਲਾਪ ਪਰਮਾਤਮਾ ਦੇ ਨਾਲ ਹੋਣ ਲੱਗਿਆ ਹੈ। ਫਿਰ ਉਹ ਕਹਿੰਦੀ ਆ ਜੀਵ ਇਸਤਰੀ ਆਪਣੀਆਂ ਗਿਆਨ ਇੰਦਰੀਆਂ ਨੂੰ ਕਿ ਹੁਣ ਤੁਹਾਨੂੰ ਚੰਗੇ ਮੰਦੇ ਦੀ ਪਰਖ ਦੀ ਵਿਚਾਰ ਹੋ ਗਈ ਆ,
ਕਿਉਂ? ਕਿਉਂਕਿ ਹੁਣ ਕਹਿੰਦੇ ਹਮਰੇ ਘਰ ਆਇਆ ਜਗਜੀਵਨ ਪਤਾਰ। ਹੁਣ ਸਾਡੇ ਘਰ ਉਹ ਪਰਮਾਤਮਾ ਮਾਲਕ ਆ ਗਿਆ ਹੈ ਜੋ ਸਾਰੇ ਜਗ ਨੂੰ ਜੀਵਨ ਦੇਣ ਵਾਲਾ ਹੈ। ਉਹ ਹਿਰਦੇ ਘਰ ਵਿੱਚ ਪ੍ਰਗਟ ਹੋ ਗਿਆ ਹੈ। ਗੁਰੂ ਦੁਆਰੇ ਹਮਰਾ ਵੀਹਾ, ਜੇ ਹੋਆ ਜਾਂ ਸਹੁ ਮਿਲਿਆ ਤਾਂ ਜਾਣਿਆ। ਤਿਹ ਲੋਕਾਂ ਮਹਿ ਸ਼ਬਦ ਰਵਿਆ ਹੈ, ਆਪ ਗਿਆ ਮਨ ਮਾਨਿਆ। ਫਿਰ ਕਹਿੰਦੇ ਜੋ ਇਹ ਜੀਵ ਇਸਤਰੀ ਦੇ ਹਿਰਦੇ ਘਰ ਵਿੱਚ ਪਰਮਾਤਮਾ ਪ੍ਰਗਟ ਹੁੰਦਾ ਹੈ, ਉਹ ਗੁਰੂ ਦੇ ਦੁਆਰਾ ਹੀ ਹੁੰਦਾ ਹੈ। ਫਿਰ ਕਹਿੰਦੇ ਇਹ ਉਸ ਜੀਵ ਇਸਤਰੀ ਨੂੰ ਵੀ ਪਤਾ ਲੱਗਦਾ ਹੈ ਜਿਹਦੇ ਨਾਲ ਇਹ ਵਾਪਰਦਾ ਹੈ, ਜਿਹਨੂੰ ਪਰਮਾਤਮਾ ਦਾ ਮਿਲਾਪ ਹੁੰਦਾ ਹੈ। ਜਾਂ ਸਹੁ ਮਿਲਿਆ ਤਾਂ ਜਾਣਿਆ, ਜਿਹਨੂੰ ਕਹਿੰਦੇ ਮਿਲਾਪ ਜਿਹਦਾ ਪਰਮਾਤਮਾ ਨਾਲ ਹੁੰਦਾ, ਫਿਰ ਉਹੀ ਜੀਵ ਇਸਤਰੀ ਜਾਣਦੀ ਹੈ। ਉਹ ਹੋਰ ਵੀ ਕੀ ਜਾਣਦੀ ਹੈ ਕਿ ਤਿਹ ਲੋਕਾਂ ਮੈਂ ਸ਼ਬਦ ਰਵਿਆ ਹੈ, ਆਪ ਗਿਆ ਮਨ ਮਾਨਿਆ। ਕਿ ਜਿਹੜਾ ਇਹ ਪਰਮਾਤਮਾ ਦੀ ਸਿਫਤ ਸਲਾਹ ਰੂਪੀ ਸ਼ਬਦ ਆ, ਇਹ ਤਿੰਨਾਂ ਲੋਕਾਂ ਦੇ ਵਿੱਚ ਵਿਆਪਕ ਹੈ। ਪਰ ਉਸ ਜੀਵ ਇਸਤਰੀ ਨੂੰ ਪਤਾ ਲੱਗਦਾ ਜਿਹਦੇ ਅੰਦਰੋਂ ਆਪਾ ਭਾਵ ਮਰ ਜਾਂਦਾ ਅਤੇ ਜਿਹਦਾ ਮਨ ਪਰਮਾਤਮਾ ਦੇ ਵਿੱਚ ਪਤੀਜ ਜਾਂਦਾ, ਉਹਨੂੰ ਫਿਰ ਇਹ ਸਾਰੀਆਂ ਗੱਲਾਂ ਸਮਝ ਆਉਂਦੀਆਂ ਨੇ। ਆਪਣਾ ਕਾਰਜ ਆਪ ਸਵਾਰੇ, ਹੋਰਨ ਕਾਰਜ ਨਾ ਹੋਈ। ਜਿਤ ਕਾਰਜ ਸਤ ਸੰਤੋਖ ਦਿਆ ਧਰਮ ਹੈ, ਗੁਰਮੁਖ ਬੂਝੈ ਕੋਈ। ਭਨਤ ਨਾਨਕ ਸਭਨਾ ਕਾ ਪਿਰ ਏਕੋ ਸੋਏ, ਜਿਸਨੋ ਨਦਰ ਕਰੇ ਸਾ ਸੁਹਾਗਣ ਹੋਏ। ਫਿਰ ਕਹਿੰਦੇ ਇਹ ਜਿਹੜਾ ਜੀਵ ਦਾ ਪਰਮਾਤਮਾ ਨਾਲ ਮਿਲਨ ਹੋਣ ਦਾ ਕਾਰਜ ਆ, ਕਹਿੰਦੇ ਇਹ ਕਾਰਜ ਪਰਮਾਤਮਾ ਆਪ ਹੀ ਸੰਵਾਰਦਾ ਹੈ, ਇਹ ਜੀਵ ਦੇ ਹੱਥ ਵੱਸ ਨਹੀਂ। ਉਹ ਇਹ ਕਾਰਜ ਕੀ ਹੈ? ਇਹ ਕਾਰਜ ਹੈ ਕਿ ਗੁਰੂ ਦੇ ਸਨਮੁਖ ਹੋ ਕੇ ਜੀਵ ਦੇ ਵਿੱਚ ਸਤ, ਸੰਤੋਖ, ਦਇਆ, ਧਰਮ ਇਹ ਗੁਣ ਪੈਦਾ ਹੁੰਦੇ ਨੇ ਗੁਰੂ ਦੇ ਸਨਮੁਖ ਹੋ ਕੇ। ਪਰ ਕਹਿੰਦੇ ਇਹ ਕਾਰਜ ਨੂੰ ਸਵਾਰਦਾ ਕੌਣ ਆ? ਇਹਨੂੰ ਕਾਰਜ ਨੂੰ ਸਿਰੇ ਕੌਣ ਚਾੜ੍ਹਦਾ? ਪਰਮਾਤਮਾ ਆਪ ਹੀ। ਉਹ ਕਿਵੇਂ? ਪਰਮਾਤਮਾ ਜੀਵ ਨੂੰ ਗੁਰੂ ਦੇ ਸ਼ਰਨ ਵਿੱਚ ਲਿਆਉਂਦਾ ਹੈ। ਫਿਰ ਗੁਰੂ ਦੀ ਸ਼ਰਨ ਪਿਆ ਜੀਵ ਨਾਮ ਜਪਦਾ ਹੈ। ਨਾਮ ਜਪਣ ਦੇ ਨਾਲ ਜੀਵ ਵਿੱਚ ਇਹ ਸਤ, ਸੰਤੋਖ, ਦਇਆ, ਧਰਮ ਇਸ ਤਰ੍ਹਾਂ ਦੇ ਗੁਣ ਉਪਜਦੇ ਹਨ। ਫਿਰ ਕਹਿੰਦੇ ਗੁਰੂ ਨਾਨਕ ਦੇਵ ਜੀ ਕਹਿੰਦੇ ਵੀ ਬੇਨਤੀ ਕਰਦੇ ਹਾਂ ਕਿ ਸਾਰਿਆਂ ਦਾ ਮਾਲਕ ਉਹ ਪਰਮਾਤਮਾ ਇੱਕ ਹੈ, ਸਾਰਿਆਂ ਦਾ ਪਤੀ ਪਰਮੇਸ਼ਰ ਇੱਕ ਹੈ। ਪਰ ਜੀਵ ਇਸਤਰੀ ਉਹੀ ਵੱਡੇ ਭਾਗਾਂ ਵਾਲੀ ਕਹਾਉਂਦੀ ਹੈ, ਉਹੀ ਸੁਹਾਗਣ ਕਹਾਉਂਦੀ ਹੈ ਜਿਹਦੇ ਉੱਤੇ ਉਹ ਆਪ ਮਿਹਰ ਕਰਦਾ ਹੈ। ਆਪ ਮਿਹਰ ਕਰਕੇ ਗੁਰੂ ਦਾ ਢੁਕਾ ਢੁਕਾਉਂਦਾ ਹੈ, ਨਾਮ ਜਪਵਾਉਂਦਾ ਹੈ। ਨਾਮ ਜਪਣ ਦੇ ਨਾਲ ਫਿਰ ਇਹ ਚੰਗੇ ਗੁਣ ਜੀਵ ਦੇ ਅੰਦਰ ਪੈਦਾ ਹੁੰਦੇ ਨੇ ਅਤੇ ਇਸ ਤਰ੍ਹਾਂ ਜੀਵ ਦਾ ਮਿਲਾਪ ਪਰਮਾਤਮਾ ਨਾਲ ਹੁੰਦਾ ਹੈ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ, ਪਰਮੇਸ਼ਰ ਜੀ ਆਪ ਦੀ ਧੁਰਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਅਨੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ। ਅੱਗੇ ਤੋਂ ਸਮੱਤ ਦੇਣੀ ਪਰਮੇਸ਼ਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ।